ਮੇਰੀ ਸਹੇਲੀ ਸਕੂਲ ਵਿੱਚ ਟੀਚਰ ਸੀ। ਉਸ ਦੇ ਘਰ ਦਾ ਮਾਹੌਲ ਬਹੁਤ ਸਖਤ ਸੀ। ਉਸਨੇ ਬੜੀ ਮੁਸ਼ਕਲ ਨਾਲ ਆਪਣੇ ਘਰਦਿਆਂ ਨੂੰ ਮਨਾਇਆ ਸੀ, ਕਿਉਂਕਿ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਸੀ। ਉਸ ਦਾ ਕੋਈ ਭਾਈ ਨਹੀਂ ਸੀ। ਉਸ ਦੀ ਮਾਂ ਨੇ ਉਸ ਦੇ ਪਾਪਾ ਨੂੰ ਮਨਾ ਲਿਆ ਸੀ। ਉਸ ਨੇ ਦੱਸਿਆ ਕਿ ਜਦੋਂ ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ, ਪਤਾ ਨਹੀਂ ਘਰਦਿਆਂ ਨੂੰ ਕੀ ਦਿੱਕਤ ਸੀ। ਉਸ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਇੱਕ ਅਜੀਬ ਬੱਚਾ ਆਉਂਦਾ ਸੀ। ਅਜੀਬ ਇਸ ਲਈ ਕਹਿ ਰਹੀ ਹਾਂ ਕਿ ਉਹ ਹਮੇਸ਼ਾ ਆਪਣੇ ਬੈਗ ਵਿੱਚ ਇੱਕ ਅਜਿਹੀ ਚੀਜ਼ ਲੈ ਕੇ ਆਉਂਦਾ ਸੀ, ਜਿਸ ਨੂੰ ਦੇਖ ਕੇ ਮੈਂ ਬਹੁਤ ਹੀ ਹੈਰਾਨ ਹੋ ਜਾਂਦੀ ਸੀ। ਮੈਨੂੰ ਸਕੂਲ ਵਿੱਚ ਪੜ੍ਹਾਉਂਦੇ 3 ਸਾਲ ਹੋਣ ਵਾਲੇ ਸੀ ਅਤੇ ਇਹ ਬੱਚਾ 2 ਮਹੀਨੇ ਪਹਿਲਾਂ ਹੀ ਆਇਆ ਸੀ। ਉਹ ਇੱਕ ਅਜਿਹੀ ਚੀਜ਼ ਆਪਦੇ ਬੈਗ ਵਿੱਚ ਲੈ ਕੇ ਆਉਂਦਾ, ਜਿਸ ਨੂੰ ਦੇਖ ਕੇ ਮੈਂ ਵੀ ਸ਼ਰਮਿੰਦਾ ਹੋ ਜਾਂਦੀ ਸੀ। ਕਿਸੇ ਨੂੰ ਕੀ ਦੱਸਦੀ। ਇਹ ਬੱਚਾ ਸਾਡੇ ਸਕੂਲ ਵਿੱਚ ਪਹਿਲਾਂ ਨਹੀਂ ਪੜ੍ਹਦਾ ਸੀ, ਇਸ ਲਈ ਇਸ ਨੂੰ ਕੋਈ ਨਹੀਂ ਜਾਣਦਾ ਸੀ। ਉਹ ਹਮੇਸ਼ਾ ਚੁੱਪਚਾਪ ਰਹਿੰਦਾ ਸੀ। ਉਹ ਕਲਾਸ ਚੌਥੀ ਵਿੱਚ ਸੀ। ਉਸ ਦੀ ਉਮਰ 12 ਸਾਲ ਦੀ ਸੀ। ਇੱਕ ਦਿਨ ਮੇਰੀ ਡਿਊਟੀ ਬੈਗ ਚੈੱਕ ਕਰਨ 'ਤੇ ਲੱਗੀ, ਕਿਉਂਕਿ ਅੱਜ ਕੱਲ੍ਹ ਬੱਚੇ ਆਪਣੇ ਬੈਗ ਵਿੱਚ ਵੀਡੀਓ ਗੇਮਸ ਤੇ ਫੋਨ ਰੱਖ ਲੈਂਦੇ ਨੇ, ਜਿਸ ਦੀ ਸਕੂਲ ਵਿੱਚ ਪਰਮਿਸ਼ਨ ਨਹੀਂ ਸੀ। ਉਹ ਬੱਚਾ ਮੇਰੇ ਸਾਹਮਣੇ ਆਇਆ। ਸਾਰੇ ਬੱਚਿਆਂ ਦੇ ਬੈਗ ਚੈੱਕ ਹੋ ਗਏ ਸੀ। ਹੁਣ ਉਸ ਦੀ ਵਾਰੀ ਸੀ। ਮੈਂ ਉਸ ਦਾ ਬੈਗ ਚੈੱਕ ਕਰਨ ਲੱਗੀ। ਜਦੋਂ ਮੈਂ ਉਸ ਦਾ ਬੈਗ ਖੋਲ੍ਹਿਆ ਤਾਂ ਮੈਂ ਹੈਰਾਨ ਹੋ ਗਈ ਸੀ। ਮੇਰੇ ਨਾਲ ਦੀ ਮੈਡਮ ਨੇ ਪੁੱਛਿਆ ਕੀ ਹੋਇਆ। ਮੈਂ ਬੈਗ ਬੰਦ ਕਰਕੇ ਉਸ ਨੂੰ ਵਾਪਸ ਦੇ ਦਿੱਤਾ। ਉਸ ਦਾ ਪਹਿਲਾ ਦਿਨ ਸੀ, ਪਰ ਹੁਣ ਤੱਕ ਮੇਰੀ ਹੀ ਡਿਊਟੀ ਬੈਗ ਚੈੱਕ ਕਰਨ ਦੀ ਸੀ। ਕਿਸੇ ਹੋਰ ਟੀਚਰ ਦੀ ਡਿਊਟੀ ਨਹੀਂ ਸੀ ਲੱਗੀ ਬੈਗ ਚੈੱਕ ਕਰਨ ਦੀ। ਮੈਂ ਚੁੱਪ ਸੀ, ਕਿਉਂਕਿ ਮੈਂ ਬੜੇ ਔਖੇ ਹਾਲਾਤ ਵਿੱਚ ਨੌਕਰੀ ਕਰਨ ਘਰ ਤੋਂ ਬਾਹਰ ਆਈ ਸੀ। ਪਰ ਜੇਕਰ ਕੋਈ ਹੋਰ ਟੀਚਰ ਹੁੰਦੀ ਤਾਂ ਕਦੀ ਚੁੱਪ ਨਾ ਰਹਿੰਦੀ। ਮੈਂ ਆਪਣੇ ਆਪ ਨੂੰ ਸੰਭਾਲ ਲਿਆ ਸੀ, ਕਿਉਂਕਿ ਹਾਲੇ ਮੈਂ ਵੀ ਕਈ ਲੋਕਾਂ ਦੇ ਸਾਹਮਣੇ ਜਾਂਦੀ ਡਰ ਜਾਂਦੀ ਸੀ। ਬਹੁਤ ਜਲਦੀ ਮੈਂ ਨਰਵਸ ਹੋ ਜਾਂਦੀ ਸੀ। ਕਿਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਸੀ। ਮੇਰੇ ਅੰਦਰ ਕੌਨਫੀਡੈਂਸ ਦੀ ਕਮੀ ਸੀ। ਮੈਂ ਹੈਰਾਨ ਸੀ ਕਿ ਇਹ ਬੱਚਾ ਕੀ ਕਰ ਰਿਹਾ ਹੈ। ਇਸ ਦਾ ਹੱਥ ਕਿੱਥੇ ਜਾ ਰਿਹਾ ਹੈ। ਕੀ ਇਸ ਦੀ ਮਾਂ ਇਸ ਬਾਰੇ ਕੁਝ ਨਹੀਂ ਪਤਾ ਕਿ ਇਹ ਬੈਗ ਵਿੱਚ ਕੀ ਲੈ ਕੇ ਆਉਂਦਾ ਹੈ। ਉਹਨਾਂ ਦੇ ਪਰਸਨਲ ਸਮਾਨ ਨੂੰ ਉਹ ਸਕੂਲ ਲੈ ਕੇ ਆਉਂਦਾ ਸੀ ਕਿ ਉਸ ਨੂੰ ਘਰੇ ਕੋਈ ਨਹੀਂ ਸੀ ਰੋਕਦਾ। ਉਹ ਇਸ ਹੱਦ ਤੱਕ ਵੱਧ ਗਿਆ ਸੀ ਤੇ ਇਹ ਬਾਕੀ ਬੱਚਿਆਂ ਨੂੰ ਇਹ ਸਭ ਦਿਖਾ ਕੇ ਸਮੇਂ ਤੋਂ ਪਹਿਲਾਂ ਵੱਡਾ ਤਾਂ ਨਹੀਂ ਕਰਨਾ ਚਾਹੁੰਦਾ ਸੀ, ਜਾਂ ਫਿਰ ਬੱਚਿਆਂ ਦੇ ਦਿਮਾਗ ਵਿੱਚ ਗੰਦਗੀ ਤਾਂ ਨਹੀਂ ਪਾ ਰਿਹਾ ਸੀ। ਮੈਂ ਇਸ ਬੱਚੇ 'ਤੇ ਨਜ਼ਰ ਰੱਖਣ ਦਾ ਸੋਚਿਆ। ਮੇਰੇ 2 ਪੀਰੀਅਡਸ ਬੱਚਿਆਂ ਦੇ ਨਾਲ ਹੁੰਦੇ ਸੀ। ਮੈਂ ਇਸ ਬੱਚੇ ਨੂੰ ਦੇਖਦੀ ਰਹਿੰਦੀ ਸੀ। ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਪੜ੍ਹਾਉਂਦੀ, ਪਰ ਅੱਜ ਸਾਰਾ ਦਿਨ ਇਸ ਬੱਚੇ ਨੇ ਕੁਝ ਅਜਿਹਾ ਨਹੀਂ ਕੀਤਾ ਸੀ ਜੋ ਕਿ ਰੂਲ ਦੇ ਖਿਲਾਫ ਹੋਵੇ। ਉਹ ਜ਼ਿਆਦਾ ਨਹੀਂ ਸੀ ਬੋਲਦਾ, ਚੁੱਪਚਾਪ ਹੀ ਰਹਿੰਦਾ ਸੀ। ਪਰ ਇੱਕ ਗੱਲ ਅਜੀਬ ਸੀ, ਉਹ ਆਪਣਾ ਬੈਗ ਲੰਚ ਟਾਈਮ ਵੀ ਨਾਲ ਲੈ ਕੇ ਗਿਆ ਸੀ। ਉਹ ਆਪਣੇ ਬੈਗ ਨੂੰ ਆਪਣੇ ਆਪ ਤੋਂ ਦੂਰ ਨਹੀਂ ਸੀ ਕਰਦਾ। ਉਸ ਦਿਨ ਵੀ ਜਦੋਂ ਮੈਂ ਉਸ ਨੂੰ ਬੈਗ ਖੋਲ੍ਹਣ ਲਈ ਕਿਹਾ ਤੇ ਮੈਂ ਜੋ ਦੇਖਿਆ, ਮੈਂ ਚਾਹੁੰਦੀ ਤਾਂ ਬਾਕੀ ਟੀਚਰ ਤੇ ਪ੍ਰਿੰਸੀਪਲ ਨਾਲ ਗੱਲ ਕਰ ਸਕਦੀ ਸੀ, ਪਰ ਮੈਂ ਨਹੀਂ ਕੀਤੀ ਕਿਉਂਕਿ ਮੈਂ ਬਹੁਤ ਸ਼ਰਮਿੰਦਾ ਹੋ ਗਈ ਸੀ। ਪਰ ਮੈਂ ਇਸ ਨੂੰ ਹੱਲ ਕਰਨਾ ਚਾਹੁੰਦੀ ਸੀ, ਕਿਉਂਕਿ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਪਤਾ ਨਹੀਂ ਕਿੱਧਰ ਨੂੰ ਜਾ ਰਹੇ ਹਨ। ਅੱਜ ਮੇਰੀ ਉਮਰ 24 ਸਾਲ ਦੀ ਸੀ। ਮੇਰੇ ਕੋਲ ਕੋਈ ਫੋਨ ਨਹੀਂ ਸੀ। ਜਦੋਂ ਕਦੀ ਸਕੂਲ 'ਤੇ ਆਉਂਦੇ ਮੈਂ ਲੇਟ ਹੋ ਜਾਂਦੀ ਤਾਂ ਮੇਰੀ ਮਾਂ ਨੇ ਮੈਨੂੰ ਬਹੁਤ ਗੁੱਸੇ ਹੋਣਾ। ਕਹਿੰਦੀ ਕਿ ਦੱਸ ਨਹੀਂ ਸਕਦੀ ਸੀ ਲੇਟ ਹੋ ਜਾਵਾਂਗੀ। ਮੈਂ ਕਹਿ ਦਿੰਦੀ ਕਿ ਮਾਂ, ਕਬੂਤਰ ਦੇ ਹੱਥ ਸੁਨੇਹਾ ਦੇਵਾਂ, ਮੇਰੇ ਕੋਲ ਫੋਨ ਨਹੀਂ ਹੈ। ਇੱਕ ਛੋਟਾ ਜਿਹਾ ਹੀ ਰੱਖ ਲੈਣ ਦੇਵੋ, ਵੱਡਾ ਨਹੀਂ ਰੱਖਾਂਗੀ, ਬਸ ਫੋਨ ਸੁਣਨ ਲਈ ਰੱਖ ਲਵਾਂਗੀ। ਮੇਰੀ ਮਾਂ ਕਹਿੰਦੀ ਕਿ ਜੇਕਰ ਤੇਰਾ ਪਿਓ ਕਹਿੰਦਾ ਹੈ ਤਾਂ ਰੱਖ ਲੈ, ਮੈਨੂੰ ਨਹੀਂ ਪਤਾ। ਪਰ ਪਾਪਾ ਨਾਲ ਗੱਲ ਕਰਨੀ ਬਹੁਤ ਮੁਸ਼ਕਲ ਸੀ, ਕਿਉਂਕਿ ਉਹਨਾਂ ਦਾ ਵੱਸ ਚੱਲਦਾ ਤਾਂ ਮੈਨੂੰ ਉਹ ਨੌਕਰੀ ਤੋਂ ਹਟਾ ਦਿੰਦੇ। ਉਹਨਾਂ ਦਾ ਕਹਿਣਾ ਸੀ ਕਿ ਹੁਣ ਨੌਕਰੀ ਕਰਦੀ ਹੈ ਤੇ ਨਵੀਂ ਡਿਮਾਂਡ ਕਰਦੀ ਹੈ, ਕੋਈ ਲੋੜ ਨਹੀਂ ਨੌਕਰੀ ਕਰਨ ਦੀ। ਸਾਡੇ ਘਰ ਦੀ ਹਾਲਤ ਇੰਨੀ ਠੀਕ ਨਹੀਂ ਸੀ, ਪਰ ਪਾਪਾ ਮੰਨਣ ਨੂੰ ਤਿਆਰ ਨਹੀਂ ਸੀ। ਸਾਡੇ ਘਰ ਇੰਨੀ ਪਰੇਸ਼ਾਨੀ ਸੀ, ਪਰ ਪਾਪਾ ਮੰਨਣ ਨੂੰ ਤਿਆਰ ਨਹੀਂ ਸੀ। ਉਹ ਕਹਿੰਦੇ ਕਿ ਜਿਸ ਨੇ ਇਸ ਦੁਨੀਆ ਵਿੱਚ ਭੇਜਿਆ ਹੈ,
ਉਹ ਆਪੇ ਹੀ ਖਾਣਾ ਵੀ ਖਿਲਾਊਗਾ। ਕਿ ਪਾਪਾ ਆਪਣੀ ਤਨਖਾਹ ਘਰ ਨਹੀਂ ਸੀ ਦਿੰਦੇ ਤੇ ਮੇਰੀ ਹੀ ਤਨਖਾਹ ਨਾਲ ਘਰ ਦਾ ਰਾਸ਼ਨ ਪਾਣੀ ਆਉਂਦਾ ਸੀ। ਅਸੀਂ ਭੁੱਖੇ ਸੌਣ ਤੋਂ ਬਚ ਜਾਂਦੇ ਸੀ। ਪਰ ਮੈਂ ਉਸ ਬੱਚੇ ਦੀਆਂ ਹਰਕਤਾਂ ਨੂੰ ਦੇਖ ਕੇ ਬਹੁਤ ਪਰੇਸ਼ਾਨ ਸੀ। ਉਸ ਬੱਚੇ ਨੂੰ ਮੈਂ ਰੋਕ ਲਿਆ ਅਤੇ ਇਕੱਲੇ 'ਚ ਜਾ ਕੇ ਪੁੱਛਿਆ ਕਿ ਤੂੰ ਕਿਉਂ ਇਹ ਚੀਜ਼ ਲੈ ਕੇ ਆਉਣਾ? ਤੇਰੇ ਬੈਗ ਵਿੱਚ ਇਹ ਹਰ ਰੋਜ਼ ਕਿਉਂ ਹੁੰਦੀ ਹੈ? ਤੈਨੂੰ ਸ਼ਰਮ ਨਹੀਂ ਆਉਂਦੀ ਬੈਗ ਵਿੱਚ ਇਹ ਚੀਜ਼ ਲੈ ਕੇ ਆਉਂਦੇ? ਤੇਰੇ ਮਾਂ-ਪਿਓ ਹਨ ਜਾਂ ਮੈਂ ਪ੍ਰਿੰਸੀਪਲ ਨੂੰ ਤੇਰੀ ਸ਼ਿਕਾਇਤ ਕਰਾਂ? ਉਸ ਨੇ ਮੇਰੀ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਸਿਰ ਨੂੰ ਨੀਵਾਂ ਕਰਕੇ ਖੜਾ ਰਿਹਾ। ਫਿਰ ਉਸ ਨੇ ਆਪਣਾ ਮੂੰਹ ਉੱਪਰ ਚੁੱਕਿਆ ਅਤੇ ਉਹ ਮੇਰੇ ਵੱਲ ਇਸ ਤਰ੍ਹਾਂ ਦੇਖ ਰਿਹਾ ਸੀ ਜਿੱਦਾਂ ਉਹ ਮੈਨੂੰ ਖਾ ਹੀ ਜਾਵੇਗਾ। ਪਤਾ ਨਹੀਂ ਮੇਰੇ ਨਾਲ ਕੀ ਕਰੂਗਾ। ਜਿੱਦਾਂ ਉਸ ਦੀਆਂ ਅੱਖਾਂ ਕਹਿ ਰਹੀਆਂ ਹੋਣ ਕਿ ਤੂੰ ਕਿੱਦਾਂ ਮੇਰੀ ਸ਼ਿਕਾਇਤ ਕਰੇਂਗੀ। ਉਸ ਨੇ ਮੇਰੇ ਵੱਲ ਦੇਖਿਆ ਤੇ ਕਿਹਾ, ਤੁਸੀਂ ਕਿਸੇ ਨੂੰ ਕੁਝ ਨਹੀਂ ਦੱਸੋਗੇ। ਉਹ ਚਲਾ ਗਿਆ। ਮੇਰੀ ਤਾਂ ਸਾਹ ਰੁਕ ਗਏ ਸੀ। ਮੈਂ ਡਰ ਗਈ ਜਿੱਦਾਂ ਕਿਸੇ ਵੱਡੇ ਆਦਮੀ ਨੇ ਮੈਨੂੰ ਧਮਕੀ ਦਿੱਤੀ ਹੋਵੇ। ਜਿੱਦਾਂ ਕਹਿ ਰਿਹਾ ਹੋਵੇ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਤੇਰੀ ਖੈਰ ਨਹੀਂ, ਮੈਂ ਤੈਨੂੰ ਨਹੀਂ ਛੱਡਣਾ। ਮੈਂ ਸੱਚੀ ਬਹੁਤ ਡਰ ਗਈ ਸੀ। ਮੈਂ ਕਿਸੇ ਨੂੰ ਕੁਝ ਨਾ ਦੱਸਿਆ ਕਿਉਂਕਿ ਉਹ ਬੱਚਿਆਂ ਨੂੰ ਸਕੂਲ ਵਿੱਚੋਂ ਕੱਢ ਦਿੰਦੇ ਸੀ। ਹੋ ਸਕਦਾ ਹੈ ਕਿ ਉਹ ਇਹ ਸਭ ਆਪਣੇ ਭੋਲੇ ਸੁਭਾਅ ਕਰਕੇ ਕਰਦਾ ਹੋਵੇ, ਪਰ ਮੈਨੂੰ ਅੱਜ ਉਸ ਦੇ ਮੂੰਹ ਤੇ ਭੋਲਾਪਣ ਨਜ਼ਰ ਨਹੀਂ ਸੀ ਆਇਆ। ਪਰ ਹੁਣ ਇਹ ਗੱਲ ਪੱਕੀ ਸੀ ਤੇ ਹੋ ਵੀ ਸਕਦੀ ਸੀ। ਕੀ ਪਤਾ ਉਸ ਦੇ ਬੈਗ ਵਿੱਚ ਇਹ ਚੀਜ਼ ਕੋਈ ਹੋਰ ਰੱਖਦਾ ਹੋਵੇ। ਹੁਣ ਤਾਂ ਇਸ ਗੱਲ ਨੂੰ ਬਹੁਤ ਦੇਰ ਹੋ ਗਈ ਸੀ। ਜੇਕਰ ਮੈਨੂੰ ਪੁੱਛਿਆ ਜਾਂਦਾ ਕਿ ਇਹ ਸਭ ਕਦੋਂ ਤੋਂ ਚੱਲ ਰਿਹਾ ਹੈ ਤਾਂ ਮੈਂ ਕੀ ਕਹਿੰਦੀ? ਪਿਛਲੇ 2 ਮਹੀਨੇ ਤੋਂ। ਤਾਂ ਉਹਨਾਂ ਮੈਨੂੰ ਹੀ ਕਹਿਣਾ ਸੀ ਕਿ ਉਸ ਸਮੇਂ ਦਾ ਕਿਉਂ ਨਹੀਂ ਦੱਸਿਆ। ਇਹ ਗੱਲ ਦੱਸਣ ਵਿੱਚ ਕੀ ਸ਼ਰਮ ਸੀ? ਕਿਤੇ ਤੁਸੀਂ ਤਾਂ ਨਹੀਂ ਬੱਚੇ ਨਾਲ ਰਲੇ ਹੋਏ? ਕਿਸ ਗੱਲ ਦਾ ਡਰ ਸੀ ਤੁਹਾਨੂੰ? ਇੱਕ ਦਿਨ ਉਸ ਦਾ ਕੰਮ ਪੂਰਾ ਨਹੀਂ ਸੀ। ਮੈਂ ਉਸ ਨੂੰ ਝਿੜਕ ਦਿੱਤਾ ਅਤੇ ਕਿਹਾ ਕਿ ਤੇਰਾ ਧਿਆਨ ਕਿੰਨਾਂ ਚੀਜ਼ਾਂ ਵਿੱਚ ਹੈ। ਉੱਥੇ ਤੋਂ ਬਾਹਰ ਨਿਕਲ ਕੇ ਪੜ੍ਹਾਈ ਕਰ। ਪਰ ਅਗਲੇ ਦਿਨ ਬੱਚੇ ਨੇ ਜੋ ਕੀਤਾ, ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹ ਅਗਲੇ ਦਿਨ ਵੀ ਕੰਮ ਨਹੀਂ ਕਰਕੇ ਆਇਆ। ਇੱਦਾਂ ਹੀ 1 ਹਫ਼ਤਾ ਹੋ ਗਿਆ ਸੀ। ਉਸ ਨੇ ਕੰਮ ਨਹੀਂ ਕੀਤਾ। ਮੇਰੀ ਆਦਤ ਨਹੀਂ ਸੀ ਬੱਚਿਆਂ 'ਤੇ ਹੱਥ ਚੁੱਕਣ ਦੀ, ਪਰ ਉਸ ਨੇ ਮੈਨੂੰ ਮਜਬੂਰ ਕਰ ਦਿੱਤਾ। ਮੈਂ ਕਿਹਾ ਕਿ ਕਿਉਂ ਕੰਮ ਨਹੀਂ ਕੀਤਾ? ਤਾਂ ਬੋਲਿਆ, ਮੇਰੀ ਮਰਜ਼ੀ, ਮੈਂ ਨਹੀਂ ਕੀਤਾ ਜਾਂ ਮੇਰਾ ਦਿਲ ਨਹੀਂ ਕਰਦਾ। ਮੈਂ ਉਹੀ ਕਰਾਂਗਾ ਜੋ ਮੈਂ ਕਰਨਾ ਹੈ। ਮੈਨੂੰ ਗੁੱਸਾ ਆਇਆ। ਮੈਂ ਹਲਕਾ ਜਿਹਾ ਥੱਪੜ ਉਸ ਦੇ ਮਾਰ ਦਿੱਤਾ ਅਤੇ ਉਹ ਜ਼ਮੀਨ 'ਤੇ ਗਿਰ ਗਿਆ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੋਵੇ। ਉਸ ਦੇ ਰੌਲੇ ਦੀ ਆਵਾਜ਼ ਸੀ। ਦੂਜੀ ਟੀਚਰ ਵੀ ਉੱਥੇ ਹੀ ਆ ਗਈ। ਉਹ ਕਹਿਣ ਲੱਗੀ ਕਿ ਤੂੰ ਕੀ ਕਰ ਦਿੱਤਾ? ਮਾਰਨ ਦੀ ਪਰਮਿਸ਼ਨ ਨਹੀਂ ਹੈ। ਮੈਂ ਡਰ ਗਈ। ਮੈਂ ਅੱਜ ਤੱਕ ਕਿਸੇ ਬੱਚੇ ਨੂੰ ਨਹੀਂ ਮਾਰਿਆ ਸੀ। ਉਹ ਇੰਨੀ ਬੁਰੀ ਤਰ੍ਹਾਂ ਰੋ ਰਿਹਾ ਸੀ ਕਿ ਉਸ ਨੇ ਰੋਂਦੇ ਹੋਏ ਆਪਣੇ ਸਾਹ ਬੰਦ ਕਰ ਲਏ। ਉਸ ਦੇ ਘਰ ਵਾਲਿਆਂ ਨੂੰ ਸਕੂਲ ਵਿੱਚ ਬੁਲਾਇਆ ਗਿਆ। ਫਿਰ ਮੈਂ, ਉਸ ਦੇ ਮਾਂ-ਪਿਓ, ਉਹ ਬੱਚਾ ਅਤੇ ਉਹ ਟੀਚਰ ਜੋ ਉਸ ਨੂੰ ਦੇਖਣ ਆਈ ਸੀ, ਪ੍ਰਿੰਸੀਪਲ ਦੇ ਕਮਰੇ ਵਿੱਚ ਸੀ। ਕੋਰਟ ਵਰਗਾ ਮਾਹੌਲ ਸੀ। ਮੈਂ ਡਰ ਗਈ ਸੀ। ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ। ਸਭ ਮੈਨੂੰ ਇੱਦਾਂ ਦੇਖ ਰਹੇ ਸੀ ਜਿਵੇਂ ਕੋਈ ਗੁਨਾਹ ਕਰ ਦਿੱਤਾ ਹੋਵੇ। ਮੈਂ ਇਹ ਵੀ ਨਹੀਂ ਕਹਿ ਸਕਦੀ ਸੀ ਕਿ ਇਸ ਬੱਚੇ ਨੇ ਡਰਾਮਾ ਕੀਤਾ ਹੈ ਜਾਣ ਬੁੱਝ ਕੇ ਤਾਂ ਜੋ ਮੈਨੂੰ ਗੁੱਸਾ ਆਵੇ। ਇਸ ਨੇ ਸਕੂਲ ਦਾ ਕੰਮ ਨਹੀਂ ਕੀਤਾ, ਇਸ ਕਰਕੇ ਮੈਂ ਇਸ 'ਤੇ ਹਲਕਾ ਜਿਹਾ ਥੱਪੜ ਲਾਇਆ ਸੀ। ਇਹ ਆਪ ਹੀ ਗਿਰ ਗਿਆ। ਉਸ ਨੇ ਕਿਹਾ ਕਿ ਸਾਡੇ ਸਕੂਲ ਦਾ ਇੱਕ ਨਾਂ ਹੈ। ਅਸੀਂ ਇੱਥੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਿਖਣ ਦੀ ਸਜ਼ਾ ਦਿੰਦੇ ਹਾਂ ਜਾਂ ਫਿਰ ਖੜ੍ਹੇ ਕਰਨ ਦੀ। ਤੁਹਾਨੂੰ ਇਸ ਨੂੰ ਮਾਰਨ ਦੀ ਨੌਬਤ ਕਿੱਥੋਂ ਆਈ? ਮੈਂ ਇਸ ਦੀ ਵਜ੍ਹਾ ਨਾਲ ਤੁਹਾਨੂੰ ਸਕੂਲ ਤੋਂ ਕੱਢ ਸਕਦੀ ਹਾਂ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਮੈਂ ਨਹੀਂ ਚਾਹੁੰਦੀ ਸੀ। ਮੈਂ ਪ੍ਰਿੰਸੀਪਲ ਤੋਂ ਮਾਫ਼ੀ ਮੰਗੀ। ਫਿਰ ਮੈਂ ਉਸ ਦੇ ਮਾਂ-ਪਿਓ ਤੋਂ ਮਾਫ਼ੀ ਮੰਗੀ। ਉਹਨਾਂ ਕਿਹਾ ਕਿ ਕੋਈ ਗੱਲ ਨਹੀਂ, ਇਹ ਤਾਂ ਚੱਲਦਾ ਰਹਿੰਦਾ ਹੈ। ਅਸੀਂ ਇਸ ਤੋਂ ਜ਼ਿਆਦਾ ਮਾਰ ਲੈਂਦੇ ਹਾਂ। ਰੋਇਆ ਹੀ ਹੈ, ਕੁਝ ਨਹੀਂ ਹੁੰਦਾ। ਬੱਚੇ ਕਹਿਣਾ ਨਾ ਮੰਨਣ ਤਾਂ ਗੁੱਸਾ ਆ ਹੀ ਜਾਂਦਾ ਹੈ। ਉਹਨਾਂ ਕਿਹਾ ਕਿ ਤੁਸੀਂ ਫ਼ੋਨ ਕੀਤਾ, ਇਸ ਲਈ ਅਸੀਂ ਆ ਗਏ। ਇਸ ਲਈ ਤੁਸੀਂ ਇਹਨਾਂ ਨੂੰ ਕੁਝ ਨਾ ਕਹੋ। ਉਸ ਨੇ ਮੇਰੀ ਪੂਰੀ ਸਾਈਡ ਲਿੱਤੀ। ਮੈਨੂੰ ਉਹ ਇੱਕ ਚੰਗੀ ਔਰਤ ਲੱਗੀ। ਫਿਰ ਉਹ ਆਪਣੇ ਬੱਚੇ ਨੂੰ ਲੈ ਕੇ ਚਲੀ ਗਈ। ਮੈਨੂੰ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਇਸ ਲਈ ਤੁਸੀਂ ਬਚ ਗਏ, ਨਹੀਂ ਤਾਂ ਅੱਜ ਤੁਹਾਡੀ ਨੌਕਰੀ ਚਲੀ ਜਾਣੀ ਸੀ। ਅੱਗੇ ਤੋਂ ਇਹ ਸ਼ਿਕਾਇਤ ਨਾ ਆਵੇ। ਮੈਂ ਕਿਹਾ, ਠੀਕ ਹੈ ਜੀ।
ਫਿਰ ਮੈਂ ਬਾਹਰ ਆ ਕੇ ਆਪਣੇ ਨਾਲ ਦੀ ਟੀਚਰ ਨੂੰ ਸਭ ਦੱਸ ਦਿੱਤਾ। ਉਹ ਬਹੁਤ ਹੈਰਾਨ ਹੋ ਗਈ ਤੇ ਕਹਿਣ ਲੱਗੀ ਕਿ ਤੂੰ ਦੱਸਿਆ ਕਿਉਂ ਨਹੀਂ? ਮੈਂ ਕਿਹਾ ਜੋ ਬੱਚਾ ਇੰਨੀ ਛੋਟੀ ਗੱਲ ਤੇ ਇੰਨਾ ਵੱਡਾ ਡਰਾਮਾ ਕਰ ਸਕਦਾ, ਅੱਜ ਉਸ ਦੀ ਵਜ੍ਹਾ ਨਾਲ ਮੇਰੀ ਨੌਕਰੀ ਚਲੀ ਜਾਣੀ ਸੀ। ਉਹ ਪਤਾ ਨਹੀਂ ਕੀ ਕਰਦਾ, ਜੇਕਰ ਮੈਂ ਦੱਸ ਦਿੰਦੀ। ਉਹ ਬਹੁਤ ਹੀ ਚਲਾਕ ਹੈ, ਉਹ ਸਾਫ਼ ਮੁੱਕਰ ਜਾਂਦਾ। ਉਸ ਦੀ ਮਾਂ ਨੂੰ ਉਸ ਬਾਰੇ ਸਭ ਪਤਾ ਹੈ, ਤਾਂ ਹੀ ਤਾਂ ਉਹ ਮੇਰਾ ਸਾਥ ਦੇ ਰਹੀ ਸੀ। ਕੁਝ ਹੋਰ ਹੀ ਸੋਚਣਾ ਪੈਣਾ ਹੈ। ਮੈਂ ਉਸ ਨਾਲ ਬਹੁਤ ਪਿਆਰ ਨਾਲ ਗੱਲ ਕਰ ਲਈ ਸੀ, ਹੁਣ ਮੈਂ ਵੀ ਚਲਾਕੀ ਕਰਾਂਗੀ। ਮੇਰੀ ਦੋਸਤ ਨੇ ਮੈਨੂੰ ਕਿਹਾ ਕਿ ਤੈਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ, ਪਰ ਅੱਜ ਮੈਂ ਬਹੁਤ ਡਰ ਗਈ ਸੀ। ਜੇਕਰ ਮੇਰੀ ਨੌਕਰੀ ਚਲੀ ਜਾਂਦੀ ਤਾਂ ਅਸੀਂ ਤਾਂ ਭੁੱਖੇ ਮਰ ਜਾਂਦੇ। ਪਰ ਮੈਨੂੰ ਉਸ ਬੱਚੇ ਦੀ ਮਾਂ ਬਹੁਤ ਚੰਗੀ ਲੱਗੀ। ਉਸ ਨੇ ਮੇਰਾ ਬਹੁਤ ਸਾਥ ਦਿੱਤਾ ਸੀ। ਉਸ ਨੂੰ ਆਪਣੇ ਬੱਚੇ ਬਾਰੇ ਸਭ ਪਤਾ ਹੋਣਾ ਹੈ। ਮੈਂ ਉਸ ਨੂੰ ਮਿਲ ਕੇ ਗੱਲ ਕਰਨੀ ਚਾਹੁੰਦੀ ਸੀ, ਪਰ ਮੇਰੇ ਕੋਲ ਉਸ ਦਾ ਫ਼ੋਨ ਨੰਬਰ ਨਹੀਂ ਸੀ। ਫਿਰ ਮੈਂ ਬੱਚੇ ਦੀ ਡਾਇਰੀ ਚੈੱਕ ਕੀਤੀ, ਉੱਥੇ ਉਸ ਦੇ ਮਾਂ-ਪਿਓ ਦਾ ਨੰਬਰ ਸੀ। ਸਾਡੇ ਸਕੂਲ ਦੀ ਇਹ ਗੱਲ ਬਹੁਤ ਵਧੀਆ ਸੀ ਕਿ ਕਿਸੇ ਵੀ ਐਮਰਜੈਂਸੀ ਲਈ ਮਾਂ-ਪਿਓ ਦਾ ਫ਼ੋਨ ਨੰਬਰ ਡਾਇਰੀ ਵਿੱਚ ਲਿਖਿਆ ਜਾਂਦਾ ਸੀ। ਮੈਂ ਉਸ ਦੀ ਮਾਂ ਦਾ ਨੰਬਰ ਕਾਪੀ ਕਰ ਲਿਆ ਸੀ ਤੇ ਘਰ ਜਾ ਕੇ ਉਸ ਨੂੰ ਫ਼ੋਨ ਕੀਤਾ। ਉਸ ਨੇ ਨਹੀਂ ਚੁੱਕਿਆ ਤੇ ਫਿਰ ਉਸ ਨੂੰ ਮੈਂ ਦੁਬਾਰਾ ਫ਼ੋਨ ਕੀਤਾ। ਉਦੋਂ ਉਸ ਨੇ ਚੁੱਕ ਲਿਆ ਤੇ ਉਸ ਨੂੰ ਆਪਣੇ ਬਾਰੇ ਦੱਸਿਆ ਤੇ ਕਿਹਾ ਕਿ ਜੇਕਰ ਤੁਹਾਡਾ ਬੱਚਾ ਕੋਲ ਹੈ ਤਾਂ ਤੁਸੀਂ ਇੱਕ ਸਾਈਡ 'ਤੇ ਹੋ ਜਾਓ। ਉਸ ਨੇ ਕਿਹਾ ਐਸਾ ਕੁਝ ਨਹੀਂ ਹੈ, ਤੁਸੀਂ ਬੇਫਿਕਰ ਹੋ ਕੇ ਦੱਸੋ। ਮੈਂ ਕਿਹਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ, ਮੈਂ ਤੁਹਾਡੇ ਬੱਚੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਮੈਨੂੰ ਇਹ ਸੀ ਕਿ ਉਹ ਪੁੱਛੂਗੀ, ਪਰ ਉਸ ਨੇ ਕਿਹਾ ਕਿ ਠੀਕ ਹੈ। ਪਰ ਮੈਂ ਕਿਹਾ ਕਿ ਮੈਂ ਤੁਹਾਨੂੰ ਸਕੂਲ ਵਿੱਚ ਨਹੀਂ, ਕਿਤੇ ਬਾਹਰ ਮਿਲਣਾ ਹੈ। ਉਸ ਨੇ ਕਿਹਾ ਠੀਕ ਹੈ, ਤੁਸੀਂ ਦੱਸੋ ਮੈਂ ਕਿੱਥੇ ਆਵਾਂ। ਫਿਰ ਮੈਂ ਉਸ ਨੂੰ ਇੱਕ ਥਾਂ ਬਾਰੇ ਦੱਸਿਆ ਤੇ ਉਸ ਨੇ ਕਿਹਾ ਠੀਕ ਹੈ, ਮੈਂ ਕੱਲ੍ਹ ਤੁਹਾਨੂੰ ਮਿਲ ਲੈਂਦੀ ਹਾਂ। ਮੈਂ ਉਸ ਨੂੰ ਸਕੂਲ ਤੋਂ ਬਾਅਦ ਮਿਲਣ ਦਾ ਸਮਾਂ ਦਿੱਤਾ ਸੀ। ਅਸੀਂ ਮਿਲੇ, ਉਹ ਬਹੁਤ ਵਧੀਆ ਔਰਤ ਸੀ। ਉਸ ਨੇ ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ। ਅਗਲੇ ਦਿਨ ਅਸੀਂ ਇੱਕ ਦੂਜੇ ਨੂੰ ਮਿਲੇ। ਉਹ ਮੇਰੇ ਸਾਹਮਣੇ ਬੈਠੀ ਸੀ। ਮੈਂ ਉਸ ਨੂੰ ਕਿਹਾ ਕਿ ਤੁਹਾਡਾ ਬੱਚਾ ਆਪਣੇ ਸਕੂਲ ਬੈਗ ਵਿੱਚ ਅਜੀਬੋ-ਗਰੀਬ ਚੀਜ਼ਾਂ ਲੈ ਕੇ ਆਉਂਦਾ ਹੈ। ਉਸ ਨੇ ਪੁੱਛਿਆ ਕਿ ਕਿਹੜੀਆਂ ਚੀਜ਼ਾਂ? ਮੈਂ ਕਿਹਾ ਕਿ ਤੁਹਾਡੀਆਂ ਪਰਸਨਲ ਚੀਜ਼ਾਂ, ਜੋ ਇੱਕ ਔਰਤ ਲਈ ਪਰਸਨਲ ਹੁੰਦੀਆਂ ਹਨ, ਜੋ ਤੁਸੀਂ ਰੋਜ਼ ਇਸਤੇਮਾਲ ਕਰਦੇ ਹੋ। ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨਾਲ ਇੱਕ ਦਿਨ ਗੱਲ ਵੀ ਕੀਤੀ ਸੀ, ਪਰ ਉਸ ਨੇ ਅਜੀਬ ਹੀ ਵਰਤਾਓ ਕੀਤਾ। ਫਿਰ ਮੈਂ ਉਸ ਨੂੰ ਉਸ ਦਿਨ ਵਾਲੀ ਗੱਲ ਵੀ ਦੱਸੀ ਕਿ ਮੈਂ ਕੁਝ ਨਹੀਂ ਕਿਹਾ ਸੀ। ਉਸ ਨੂੰ ਉਸ ਦਿਨ ਮੈਂ ਥੱਪੜ ਵੀ ਨਹੀਂ ਸੀ ਲਾਇਆ, ਬਸ ਹਲਕਾ ਜਿਹਾ ਹੱਥ ਲਾਇਆ ਸੀ। ਮੈਂ ਬਸ ਉਸ ਨੂੰ ਇਹ ਕਹਿਣਾ ਚਾਹੁੰਦੀ ਸੀ ਕਿ ਆਪਣਾ ਸਕੂਲ ਵਰਕ ਕਰਕੇ ਆਇਆ ਕਰੇ। ਉਸ ਨੇ ਮੇਰੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਫਿਰ ਮੈਨੂੰ ਇੱਕ ਅਜਿਹੀ ਗੱਲ ਦੱਸੀ ਕਿ ਮੈਂ ਸੁਣ ਕੇ ਹੈਰਾਨ ਰਹਿ ਗਈ। ਉਸ ਨੇ ਮੈਨੂੰ ਇੱਕ ਫੋਟੋ ਦਿਖਾਈ ਅਤੇ ਕਿਹਾ ਕਿ ਇਹ ਮੇਰੀ ਧੀ ਹੈ। ਤੁਸੀਂ ਜਿਸ ਬੱਚੇ ਦੀ ਗੱਲ ਕਰ ਰਹੇ ਹੋ, ਉਹ ਮੇਰਾ ਬੇਟਾ ਨਹੀਂ ਹੈ। ਮੈਂ ਉਸ ਦੀ ਸਗੀ ਮਾਂ ਨਹੀਂ ਹਾਂ। ਦਰਅਸਲ ਉਹ ਜੋ ਵੀ ਇੱਦਾਂ ਦੀ ਹਰਕਤਾਂ ਕਰਦਾ ਹੈ, ਆਪਣੇ ਹਿਸਾਬ ਨਾਲ ਸਹੀ ਕਰਦਾ ਹੈ। ਮੈਂ ਉਸ ਨੂੰ ਕਿਹਾ ਕਿ ਤੁਸੀਂ ਇਹ ਕੀ ਕਹਿ ਰਹੇ ਹੋ? ਉਹ ਬੱਚਾ ਕਿਸੇ ਔਰਤ ਦੀਆਂ ਪਰਸਨਲ ਚੀਜ਼ਾਂ ਪੂਰਾ ਦਿਨ ਆਪਣੇ ਬੈਗ ਵਿੱਚ ਰੱਖਦਾ ਹੈ। ਜੇਕਰ ਬੈਗ ਚੈੱਕ ਨਾ ਕਰੀਏ ਤਾਂ ਪਤਾ ਹੀ ਨਾ ਲੱਗੇ। ਤੇ ਜੇ ਮੈਂ ਉਸ ਨੂੰ ਪੁੱਛਿਆ ਤਾਂ ਉਹ ਮੇਰੇ ਵੱਲ ਇੱਦਾਂ ਦੇਖ ਰਿਹਾ ਸੀ ਜਿਵੇਂ ਮੈਨੂੰ ਕੋਈ ਨੁਕਸਾਨ ਪਹੁੰਚਾ ਦੇਵੇਗਾ। ਮੈਂ ਕਿਹਾ ਕਿ ਬੱਚੇ ਦੀ ਉਮਰ ਛੋਟੀ ਹੈ ਅਤੇ ਉਸ ਦੀ ਹਰਕਤ ਉਮਰ ਨਾਲੋਂ ਵੱਡੀ ਹੈ। ਮੈਂ ਉਸ ਨੂੰ ਕਿਹਾ ਕਿ ਤੁਸੀਂ ਇਸ ਗੱਲ ਨੂੰ ਇੰਨਾ ਆਮ ਨਹੀਂ ਲੈ ਸਕਦੇ। ਤੁਸੀਂ ਉਸ ਦੀ ਅਸਲੀ ਮਾਂ ਨਹੀਂ ਹੋ, ਇਸ ਲਈ। ਫਿਰ ਉਸ ਨੇ ਕਿਹਾ ਕਿ ਇਹ ਗੱਲ ਹੈ ਕਿ ਇਹ ਬੱਚਾ ਜਦੋਂ ਬਹੁਤ ਛੋਟਾ ਸੀ ਤਾਂ ਇਸ ਦੀ ਮਾਂ ਇਸ ਨੂੰ ਛੱਡ ਕੇ ਚਲੀ ਗਈ। ਉਸ ਸਮੇਂ ਰਾਜੂ ਬਹੁਤ ਛੋਟਾ ਸੀ। ਮੈਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ। ਉਸ ਨੇ ਕਿਹਾ ਕਿ ਦੁਨੀਆ ਛੱਡ ਕੇ ਨਹੀਂ ਗਈ, ਆਪਣੇ ਕਿਸੇ ਪ੍ਰੇਮੀ ਨਾਲ ਭੱਜ ਗਈ ਅਤੇ ਆਪਣਾ ਸਾਰਾ ਸਮਾਨ ਨਾਲ ਲੈ ਗਈ। ਇਹ ਇੱਕ ਜੋੜਾ ਤੇ ਗਹਿਣੇ ਸੀ ਜਿਸ ਨੂੰ ਇਹ ਆਪਣੇ ਕੋਲ ਰੱਖਦਾ ਹੈ। ਇਹ ਸਦਮੇ ਵਿੱਚ ਚਲਾ ਗਿਆ ਸੀ। ਇਹ ਆਪਣੀ ਮਾਂ ਦੇ ਸਮਾਨ ਨੂੰ ਹੱਥ ਨਹੀਂ ਲਾਉਣ ਦਿੰਦਾ। ਇਸ ਦੇ ਪਿਓ ਨੂੰ ਸਭ ਪਤਾ ਹੈ। ਉਹ ਵੀ ਆਪਣੀ ਘਰਵਾਲੀ ਨਾਲ ਬਹੁਤ ਪਿਆਰ ਕਰਦਾ ਸੀ। ਉਸ ਨੇ ਆਪਣੇ ਕੋਲ ਕੁਝ ਚੀਜ਼ਾਂ ਉਸ ਦੀਆਂ ਰੱਖੀਆਂ ਹਨ। ਲੋਕ ਚਲੇ ਜਾਂਦੇ ਹਨ ਤੇ ਯਾਦਾਂ ਛੱਡ ਜਾਂਦੇ ਹਨ। ਇਹ ਬੱਚਾ ਇਸ ਕਰਕੇ ਬਹੁਤ ਜ਼ਿੱਦੀ ਹੋ ਗਿਆ।
ਮੈਂ ਇਸ ਦੇ ਪਾਪਾ ਨੂੰ ਪਹਿਲਾਂ ਤੋਂ ਹੀ ਜਾਣਦੀ ਹਾਂ। ਸਾਡੇ ਪਿਓ ਆਪਸ ਵਿੱਚ ਦੋਸਤ ਸੀ। ਮੇਰਾ ਵੀ ਇਹ ਦੂਜਾ ਵਿਆਹ ਹੈ। ਜਿੱਥੇ ਪਹਿਲਾ ਵਿਆਹ ਹੋਇਆ ਸੀ ਉਹ ਲੋਕ ਚੰਗੇ ਨਹੀਂ ਸੀ। ਮੇਰਾ ਤਲਾਕ ਹੋ ਗਿਆ ਸੀ। ਇਹ ਕੁੜੀ ਮੇਰੇ ਪਹਿਲੇ ਘਰ ਵਾਲੇ ਤੋਂ ਹੈ। ਮੈਂ ਆਈ ਤਾਂ ਇਸ ਘਰ ਵਿੱਚ ਇਸ ਦੀ ਮਾਂ ਬਣ ਕੇ ਸੀ, ਪਰ ਇਹ ਮੈਨੂੰ ਵੀ ਆਪਣੀ ਮਾਂ ਨਹੀਂ ਮੰਨਦਾ। ਮੈਨੂੰ ਕਦੀ ਮਾਂ ਕਹਿ ਕੇ ਨਹੀਂ ਬੁਲਾਉਂਦਾ। ਇਸ ਦਾ ਪਿਓ ਇਸ ਦੇ ਵਰਗਾ ਹੀ ਹੈ। ਉਹ ਵੀ ਆਪਣੀ ਘਰਵਾਲੀ ਦਾ ਸਮਾਨ ਗਲ ਨਾਲ ਲਾ ਕੇ ਰੱਖਦਾ ਹੈ। ਮੇਰੀ ਇੱਕ ਵੀ ਗੱਲ ਨਹੀਂ ਸੁਣਦਾ। ਉਸ ਔਰਤ ਨੇ ਇੰਨਾ ਵੱਡਾ ਧੋਖਾ ਦਿੱਤਾ, ਫਿਰ ਵੀ ਇਹ ਦੋਨੋਂ ਉਸ ਨੂੰ ਬਹੁਤ ਯਾਦ ਕਰਦੇ ਹਨ, ਜਦੋਂ ਕਿ ਉਸ ਨੇ ਇਹਨਾਂ ਦੀ ਪਰਵਾਹ ਵੀ ਨਹੀਂ ਕੀਤੀ। ਇਸ ਤੋਂ ਚੰਗਾ ਸੀ ਉਹ ਦੁਨੀਆ ਤੋਂ ਚਲੀ ਜਾਂਦੀ ਤਾਂ ਇਹਨਾਂ ਨੂੰ ਇੰਨਾ ਵੱਡਾ ਸਦਮਾ ਨਾ ਲੱਗਦਾ ਜੋ ਹੁਣ ਲੱਗਾ ਹੈ। ਕਈ ਵਾਰੀ ਇਸ ਦੇ ਪਾਪਾ ਰਾਤ ਨੂੰ ਆਪਣੀ ਘਰਵਾਲੀ ਨੂੰ ਯਾਦ ਕਰਕੇ ਉੱਚੀ ਉੱਚੀ ਰੋਂਦੇ ਨੇ। ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਇਹਨਾਂ ਨੂੰ ਸੰਭਾਲਣ ਦੀ, ਪਰ ਮੇਰੀ ਹਰ ਕੋਸ਼ਿਸ਼ ਬੇਕਾਰ ਹੋ ਜਾਂਦੀ ਹੈ। ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਬਹੁਤ ਜ਼ਾਲਮ ਔਰਤ ਸੀ ਜੋ ਇਹਨਾਂ 'ਤੇ ਜ਼ੁਲਮ ਕਰਦੀ ਸੀ। ਉਹ ਕਿੰਨੀ ਬਦਨਸੀਬ ਸੀ ਜੋ ਇੰਨੇ ਪਿਆਰ ਕਰਨ ਵਾਲੇ ਘਰ ਵਾਲੇ ਤੇ ਬੱਚੇ ਨੂੰ ਛੱਡ ਕੇ ਚਲੀ ਗਈ। ਉਸ ਨੇ ਇਹਨਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਇਹ ਬੱਚਾ ਹੁਣ ਬੱਚਾ ਨਹੀਂ ਰਿਹਾ, ਬਹੁਤ ਜ਼ਿੱਦੀ ਹੋ ਗਿਆ ਹੈ। ਕਿਸੇ ਦੀ ਗੱਲ ਨਹੀਂ ਸੁਣਦਾ, ਉਲਟੇ ਜਵਾਬ ਦਿੰਦਾ ਹੈ, ਮਾਰ-ਪਿੱਟ ਕਰਦਾ ਹੈ। ਪਿਛਲੇ ਸਕੂਲ ਵਿੱਚੋਂ ਵੀ ਇਸੇ ਲਈ ਇਸ ਨੂੰ ਬਾਹਰ ਕੱਢ ਦਿੱਤਾ ਸੀ। ਬਸ ਉਸ ਦਾ ਸਾਮਾਨ ਬੈਗ ਵਿੱਚ ਪਾ ਕੇ ਘੁੰਮਦਾ ਰਹਿੰਦਾ ਹੈ। ਇਸ ਦੇ ਪਿਓ ਨੂੰ ਕਿਹਾ ਕਿ ਇਸ ਨੂੰ ਕਿਸੇ ਦਿਮਾਗੀ ਡਾਕਟਰ ਕੋਲ ਲੈ ਜਾਓ, ਪਰ ਉਸ ਨੂੰ ਪਹਿਲਾਂ ਆਪ ਜਾਣ ਦੀ ਲੋੜ ਹੈ, ਜਿਸ ਨੇ ਹਾਲੇ ਤੱਕ ਆਪਣੇ ਵਿਆਹ ਦੀ ਰਿੰਗ ਹੱਥੋਂ ਨਹੀਂ ਕੱਢੀ। ਉਸ ਨੇ ਕਿਹਾ ਕਿ ਮੈਂ ਆਪਣੀ ਧੀ ਨੂੰ ਵੀ ਇਸ ਤੋਂ ਦੂਰ ਰੱਖਦੀ ਹਾਂ, ਕਿਉਂਕਿ ਉਹ ਇੱਕਦਮ ਗੁੱਸੇ ਵਿੱਚ ਆ ਜਾਂਦਾ ਹੈ, ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਮੈਂ ਕਿਹਾ ਕਿ ਮੈਂ ਤੁਹਾਡੀ ਮਦਦ ਕਰਾਂਗੀ ਇਸ ਬੱਚੇ ਨੂੰ ਠੀਕ ਕਰਨ ਵਿੱਚ। ਉਸ ਨੇ ਕਿਹਾ ਨਹੀਂ, ਤੁਸੀਂ ਕੁਝ ਨਾ ਕਰੋ, ਸਾਰੀ ਕੋਸ਼ਿਸ਼ ਮੇਰੀ ਬੇਕਾਰ ਚਲੀ ਗਈ। ਤੁਸੀਂ ਹੋਰ ਟੀਚਰ ਨੂੰ ਵੀ ਦੱਸ ਦੇਣਾ ਕਿ ਕੋਈ ਇਸ ਤੋਂ ਇਹ ਸਮਾਨ ਨਾ ਖੋਹੇ। ਇਹ ਪਾਗਲ ਹੋ ਜਾਂਦਾ ਹੈ ਅਤੇ ਕੋਈ ਵੀ ਨੁਕਸਾਨ ਕਰ ਸਕਦਾ ਹੈ। ਮੈਂ ਉਸ ਦਾ ਧੰਨਵਾਦ ਕੀਤਾ। ਮੈਂ ਘਰ ਆ ਕੇ ਉਸ ਬਾਰੇ ਸੋਚਦੀ ਰਹੀ ਕਿ ਕਿੱਦਾਂ ਲੋਕ ਆਪਣੇ ਮਤਲਬ ਲਈ ਆਪਣੇ ਪਰਿਵਾਰ ਦਾ ਮਾੜਾ ਹਾਲ ਕਰ ਦਿੰਦੇ ਨੇ। ਉਸ ਦੀ ਮਾਂ ਪਤਾ ਨਹੀਂ ਕਿੱਥੇ ਹੋਣੀ ਹੈ, ਪਰ ਉਹ ਆਪਣੇ 10 ਸਾਲ ਦੇ ਬੱਚੇ ਦੀ ਕੀ ਹਾਲਤ ਕਰ ਗਈ ਜੋ ਦਿਮਾਗੀ ਬਿਮਾਰੀ ਨਾਲ ਪੀੜਤ ਹੈ। ਉਸ ਦੀ ਮਾਂ ਨੂੰ ਉਸ ਦੀ ਕੋਈ ਫਿਕਰ ਨਹੀਂ ਹੈ। ਮੈਂ ਸੋਚ ਲਿਆ ਸੀ ਕਿ ਇਸ ਬੱਚੇ ਦੀ ਮਦਦ ਮੈਂ ਜ਼ਰੂਰ ਕਰਾਂਗੀ। ਮੈਂ ਉਸ ਨਾਲ ਦੋਸਤੀ ਕਰਾਂਗੀ, ਪਰ ਉਹ ਬੱਚਾ ਤਾਂ ਮੇਰੇ ਤੋਂ ਪਹਿਲਾਂ ਹੀ ਨਾਰਾਜ਼ ਸੀ ਜਦੋਂ ਦੀ ਉਸ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਸੀ। ਪਰ ਮੈਂ ਉਸ ਨੂੰ ਕਿਹਾ ਕਿ ਇਹ ਤਾਂ ਦੱਸੋ ਕਿ ਇਹ ਸਮਾਨ ਕਿਸ ਦਾ ਹੈ। ਉਹ ਨਾ ਬੋਲਿਆ। ਮੈਂ ਹੌਲੀ-ਹੌਲੀ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਦਿਨ ਕਿਸੇ ਹੋਰ ਟੀਚਰ ਦੀ ਬੈਗ ਚੈੱਕ ਕਰਨ ਦੀ ਡਿਊਟੀ ਸੀ। ਉਹ ਮੇਰੇ ਵੱਲ ਦੇਖ ਰਿਹਾ ਸੀ, ਜਿਵੇਂ ਕਹਿ ਰਿਹਾ ਹੋਵੇ ਕਿ ਮੈਨੂੰ ਬਚਾ ਲਵੋ। ਮੈਂ ਉਸ ਦਾ ਬੈਗ ਚੈੱਕ ਕਰਕੇ ਟੀਚਰ ਨੂੰ ਕਿਹਾ ਕਿ ਕੁਝ ਨਹੀਂ ਹੈ। ਫਿਰ ਉਸ ਬੱਚੇ ਨੂੰ ਮੇਰੇ 'ਤੇ ਥੋੜ੍ਹਾ ਜਿਹਾ ਭਰੋਸਾ ਹੋਇਆ। ਹੁਣ ਸਾਡੇ ਵਿੱਚ ਦੋਸਤੀ ਹੋ ਗਈ। ਅਸੀਂ ਗੱਲਾਂ ਕਰਦੇ, ਉਹ ਵੀ ਮੇਰੇ ਨਾਲ ਗੱਲ ਕਰਦਾ। ਮੈਂ ਉਸ ਨੂੰ ਸਕੂਲ ਦਾ ਕੰਮ ਕਰਵਾਉਂਦੀ। ਸੱਚੀ ਉਹ ਬਹੁਤ ਵਧੀਆ ਬੱਚਾ ਸੀ, ਪਰ ਡਿਪਰੈਸ਼ਨ ਵਿੱਚ ਸੀ। ਇੱਕ ਦਿਨ ਉਸ ਨੇ ਮੈਨੂੰ ਆਪਣੀ ਮਾਂ ਬਾਰੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸਮਾਨ ਉਸ ਦੀ ਮਾਂ ਦਾ ਹੈ। ਮੈਂ ਉਸ ਨੂੰ ਕਿਹਾ ਕਿ ਕਦੀ-ਕਦੀ ਆਪਣੇ ਮਾਂ-ਪਿਓ ਆਪਾਂ ਨੂੰ ਛੱਡ ਕੇ ਚਲੇ ਜਾਂਦੇ ਹਨ, ਪਰ ਆਪਾਂ ਨੂੰ ਆਪਣੀ ਜ਼ਿੰਦਗੀ ਜਿਉਣੀ ਪੈਂਦੀ ਹੈ। ਮੈਂ ਉਸ ਨਾਲ ਬਹੁਤ ਪਿਆਰ ਨਾਲ ਕਰਦੀ, ਉਸ ਦੀ ਪੜ੍ਹਾਈ ਵਿੱਚ ਮਦਦ ਕਰਦੀ, ਉਸ ਨੂੰ ਆਨੇ-ਬਹਾਨੇ ਬਹੁਤ ਸਮਝਾਉਂਦੀ। ਹੁਣ ਉਸ ਦਾ ਡਿਪਰੈਸ਼ਨ ਦੂਰ ਹੋ ਰਿਹਾ ਸੀ। ਉਹ ਇੱਕ ਬਹੁਤ ਵਧੀਆ ਤੇ ਚੰਗਾ ਬੱਚਾ ਬਣ ਗਿਆ ਸੀ। ਹੁਣ ਸਭ ਦੇ ਨਾਲ ਪਿਆਰ ਨਾਲ ਤੇ ਇੱਜ਼ਤ ਨਾਲ ਗੱਲ ਕਰਦਾ ਸੀ। ਮੈਂ ਉਸ ਨੂੰ ਕਿਹਾ ਕਿ ਤੇਰੀ ਮੰਮੀ ਤੈਨੂੰ ਇੱਕ ਦਿਨ ਜ਼ਰੂਰ ਮਿਲਣ ਆਏਗੀ। ਤੂੰ ਉਸ ਨੂੰ ਮਾਫ਼ ਕਰ ਦੇ ਤੇ ਉਸ ਦੀਆਂ ਚੀਜ਼ਾਂ ਨੂੰ ਕਿਤੇ ਸੰਭਾਲ ਕੇ ਰੱਖ ਦੇ। ਉਸ ਨੇ ਇੱਦਾਂ ਹੀ ਕੀਤਾ ਤੇ ਹੁਣ ਉਹ ਬਿਲਕੁਲ ਠੀਕ ਸੀ। ਫਿਰ ਮੈਂ ਉਸ ਦੀ ਮਾਂ ਨੂੰ ਮਿਲੀ ਤੇ ਕਿਹਾ ਕਿ ਆਪਣੇ ਪਤੀ ਨੂੰ ਸਮਾਂ ਦਿਓ, ਉਹਨਾਂ ਦਾ ਧਿਆਨ ਰੱਖੋ ਅਤੇ ਘਰ ਦਾ ਮਾਹੌਲ ਸਹੀ ਰੱਖੋ, ਅਤੇ ਨਾਲ ਹੀ ਆਪਣੀ ਬੇਟੀ, ਬੇਟੇ ਅਤੇ ਪਤੀ ਨਾਲ ਬਾਹਰ ਨਿਕਲਿਆ ਕਰੋ। ਉਸ ਨੇ ਇੱਦਾਂ ਹੀ ਕੀਤਾ। ਰਾਜੂ ਦੀ ਮੰਮੀ ਹੁਣ ਮੇਰੀ ਸਹੇਲੀ ਬਣ ਗਈ ਸੀ। ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ, ਪਰ ਉਸ ਘਰ ਦੀਆਂ ਖੁਸ਼ੀਆਂ ਵਾਪਸ ਲੈ ਕੇ ਆਉਣ ਵਿੱਚ ਮੇਰੇ ਤੋਂ ਜਿੰਨਾ ਹੋਇਆ ਮੈਂ ਓਨਾ ਕੀਤਾ। ਮੇਰਾ ਰਿਸ਼ਤਾ ਉਸ ਦੀ ਮੰਮੀ ਨੇ ਹੀ ਕਰਵਾਇਆ ਸੀ, ਜੋ ਕਿ ਇੱਕ ਬਹੁਤ ਵਧੀਆ ਘਰ ਸੀ। ਮੈਂ ਕਿਸੇ ਦਾ ਚੰਗਾ ਕੀਤਾ, ਸ਼ਾਇਦ ਉਸ ਬਦਲੇ ਮੈਨੂੰ ਪਰਮਾਤਮਾ ਨੇ ਗਿਫਟ ਦਿੱਤਾ।
ਇੰਨਾ ਵਧੀਆ ਸਹੁਰਾ ਘਰ ਦੇ ਕੇ ਹੁਣ ਮੇਰਾ ਰਾਜੂ ਦੇ ਘਰ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੀ। ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਤੇ ਮੈਨੂੰ ਫ਼ਖਰ ਸੀ ਇਸ ਗੱਲ ਦਾ ਕਿ ਮੈਂ ਕਿਸੇ ਦਾ ਚੰਗਾ ਕੀਤਾ। ਅਤੇ ਉਸ ਦੀ ਮਾਂ ਬਾਰੇ ਇਹੀ ਕਹਾਂਗੇ ਕਿ ਕਿਹੋ ਜਿਹੇ ਲੋਕ ਹਨ ਦੁਨੀਆ ਵਿੱਚ ਜਿਨ੍ਹਾਂ ਦੇ ਦਿਲ ਇੰਨੇ ਪੱਥਰ ਹਨ ਕਿ ਉਸਨੇ ਆਪਣੇ ਪਤੀ ਅਤੇ ਬੱਚੇ ਨੂੰ ਇਸ ਹਾਲਤ ਵਿੱਚ ਛੱਡ ਦਿੱਤਾ ਜੋ ਕਿ ਇੱਕ ਬਹੁਤ ਵੱਡੇ ਸਦਮੇ ਵਿੱਚ ਚਲੇ ਗਏ ਸੀ। ਇੰਨੇ ਛੋਟੇ ਬੱਚੇ ਨੂੰ ਉਸਨੇ ਸਦਮੇ ਵਿੱਚ ਪਾ ਦਿੱਤਾ, ਉਸ ਦੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ। ਕਦੀ ਨਜ਼ਰ ਨਹੀਂ ਆਈ ਤੇ ਨਾ ਹੀ ਕਦੀ ਫ਼ੋਨ ਕੀਤਾ। ਉਸ ਨੇ ਇਨਸਾਫ਼ ਆਪਣੇ ਪਰਮਾਤਮਾ 'ਤੇ ਛੱਡ ਦਿੱਤਾ। ਪਰਮਾਤਮਾ ਇਹੋ ਜਿਹੇ ਲੋਕਾਂ ਨੂੰ ਸਮਤ ਬਖਸ਼ੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਕਹਾਣੀ ਸੁਣਨ ਲਈ ਸਾਰਿਆਂ ਦਾ ਧੰਨਵਾਦ ਜੀ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।